Dear student, today we are going to start a new chapter, alternating current. ਉਹ ਕਰੰਟ ਜਿਹੜਾ ਆਪਣੀ डायरेक्शन ਜਿਹੜਾ ਹੈ ਉਹ ਰੈਗੂਲਰ ਟਾਈਮ ਬਾਅਦ ਰਿਪੀਟ ਕਰੇਗਾ ਤੇ ਨਾਲੇ ਜਿਹਦੀ ਵੈਲਿਊ ਜਿਹੜੀ ਹੈ ਲਗਾਤਾਰ ਜਿਹੜੀ ਹੈ ਕੰਟੀਨਿਊਸਲੀ ਚੇਂਜ ਹੁੰਦੀ ਰਹਿੰਦੀ ਹੈ ਉਸ ਕਰੰਟ ਨੂੰ ਅਸੀਂ ਬੋਲਦੇ ਹਾਂ ਆਲਟਰਨੇਟਿੰਗ ਕਰੰਟ। ਇਹਦਾ ਮਤਲਬ ਆਲਟਰਨੇਟਿੰਗ ਕਰੰਟ ਵਾਸਤੇ ਪਹਿਲੀ ਕੰਡੀਸ਼ਨ ਇਟ ਇਜ਼ ਅ ਟਾਈਮ ਵੇਰਿੰਗ ਕਰੰਟ। ਟਾਈਮ ਦੇ ਅਕੋਰਡਿੰਗ ਇਹਦੀ ਵੈਲਿਊ ਜਿਹੜੀ ਹੈ ਵੱਧਦੀ ਘਟਦੀ ਰਹੇਗੀ। ਓਕੇ, ਸੈਕੰਡ ਕੰਡੀਸ਼ਨ ਇਹ ਵਾਲਾ ਜਿਹੜਾ ਕਰੰਟ ਹੈ ਆਪਣੀ ਡਾਇਰੈਕਸ਼ਨ ਜਿਹੜੀ ਹੈ ਰੈਗੂਲਰ ਟਾਈਮ ਤੋਂ ਬਾਅਦ ਰਿਵਰਸ ਕਰੇਗਾ। It reverses its direction after a regular interval of time. Now, आओ ਇਹਦੀ definition ਦੇਖਦੇ ਹਾਂ। A current whose magnitude changes with time. ਉਹ ਕਰੰਟ ਜਿਹਦੀ ਵੈਲਿਊ ਮੈਗਨੀਟਿਊਡ ਮੈਨੇ ਵੈਲਿਊ ਚੇਂਜ ਹੁੰਦੀ ਹੈ ਕਿਹਦੇ ਅਕੋਰਡਿੰਗ ਚੇਂਜ ਹੁੰਦੀ ਹੈ ਟਾਈਮ ਦੇ ਅਕੋਰਡਿੰਗ। ਐਂਡ ਸੈਕੰਡ ਕੰਡੀਸ਼ਨ ਕੀ ਹੈ ਇਟ ਚੇਂਜਸ ਇਟਸ ਡਾਇਰੈਕਸ਼ਨ ਪੀਰੀਓਡਿਕਲੀ। बेटा आ ਜਿਹੜਾ वर्ड है ਇਹਨੂੰ ਤੁਸੀਂ याद रखना है। पीरियोडिकली मीनिंग ਹੁੰਦਾ है रेगुलर टाइम बाद। जिस तरह बेटा ਸਾਡੇ ਸਕੂਲ ਦੇ ਵਿੱਚ ਜਦੋਂ ਬੈਲ ਵੱਜਦੀ ਹੈ ਜੇ ਸਾਡਾ ਜਿਹੜਾ ਹੈ ਪੀਰੀਅਡ ਦਾ ਸਮਾਂ 40 ਮਿੰਟ ਹੈ ਤੇ ਹਰ 40 ਮਿੰਟ ਬਾਅਦ ਜਿਹੜਾ ਹੈ ਉਹ ਬੈਲ ਵੱਜਦੀ ਹੈ ਤੇ ਨਵਾਂ ਪੀਰੀਅਡ ਜਿਹੜਾ ਹੈ ਉਹ ਸਟਾਰਟ ਹੋ ਜਾਂਦਾ ਹੈ। ਉਹਨੂੰ ਬੋਲਦੇ ਆ ਪੀਰੀਓਡਿਕਲੀ ਆਫਟਰ ਰੈਗੂਲਰ ਇੰਟਰਵਲ ਆਫ ਟਾਈਮ। बेटा ਦੇਖੋ ਵਰਡ ਬਣਿਆ ਪੀਰੀਅਡ ਤੋਂ। ਪੀਰੀਓਡਿਕਲੀ ਦਾ ਮਤਲਬ ਉਹ ਪ੍ਰੋਸੈਸ ਜਿਹੜੀ ਰੈਗੂਲਰ ਟਾਈਮ ਤੋਂ ਬਾਅਦ ਦੁਬਾਰਾ ਰਿਪੀਟ ਹੋਏ ਉਸ ਨੂੰ ਬੋਲਦੇ ਆ ਪੀਰੀਅਡ। ਤੇ ਇਹ ਕਰੰਟ ਜਿਹੜਾ ਆਪਣੀ ਡਾਇਰੈਕਸ਼ਨ ਚੇਂਜ ਕਰੇਗਾ ਪੀਰੀਓਡਿਕਲੀ ਮੀਨਸ ਆਫਟਰ ਰੈਗੂਲਰ ਇੰਟਰਵਲ ਆਫ ਟਾਈਮ। ਆਓ ਇਸ ਨੂੰ ਅਸੀਂ ਜਿਹੜਾ ਹੈ ਡਿਸਕਸ ਕਰਦੇ ਹਾਂ। ਜਿਹੜਾ ਸਾਡਾ ਆਲਟਰਨੇਟਿੰਗ ਕਰੰਟ ਹੈ ਇਹਦੀ ਜਿਹੜੀ ਸ਼ੇਪ ਹੁੰਦੀ ਹੈ ਸਾਈਨ ਵੇਵ ਵਰਗੀ। ਜਿਹੜਾ ਬੇਟਾ ਤੁਸੀਂ ਇਹ ਟ੍ਰਿਗਨੋਮੈਟਰੀ ਫੰਕਸ਼ਨ ਪੜਿਆ sin ਥੀਟਾ ਇਹਦੀ ਵਰਗੀ ਜਿਹੜੀ ਹੈ ਇਹਦੀ ਵੇਰੀਏਸ਼ਨ ਹੁੰਦੀ ਹੈ cos ਥੀਟਾ ਵਰਗੀ ਵੀ ਕਹਿ ਸਕਦੇ ਹਾਂ। ਨਾਓ the alternating current is represented like this। ਇਸ ਤਰ੍ਹਾਂ ਜਿਹੜਾ ਹੈ ਇਸ ਕਰੰਟ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਆ ਦੇਖੋ ਇਹ ਕਰੰਟ ਇੱਥੇ ਸਾਡੇ ਕੋਲ ਕਿੰਨੀ ਵੈਲਿਊ ਹੈ 0 ਤੇ ਇਧਰਲੇ ਪਾਸੇ ਕਰੰਟ ਦੀ ਵੈਲਿਊ ਵਧਦੀ ਗਈ ਹੈ। ਦੇਖੋ ਵਧਦੀ ਪਈ ਹੈ ਤੇ ਇਧਰਲੇ ਪਾਸੇ ਸਾਡੇ ਕੋਲ ਕੀ ਹੈਗਾ ਟਾਈਮ। ਹਾਂਜੀ ਬੇਟਾ ਕਲੀਅਰ। ਕਰੰਟ 0 ਤੋਂ ਸਟਾਰਟ ਹੋਇਆ ਵਾਧਾ ਜਿਹੜਾ ਹੈ ਇਸ ਪੁਆਇੰਟ ਤੇ ਜਾ ਕੇ ਬਿਲਕੁਲ ਕਰੰਟ ਜਿਹੜਾ ਹੈ ਸਾਡਾ ਮੈਕਸਿਮਮ ਹੋ ਗਿਆ। ਫਿਰ ਦੇਖੋ ਕਰੰਟ ਇੱਥੇ ਕਿੰਨਾ 0 ਉਸ ਤੋਂ ਬਾਅਦ ਵਾਧਾ ਕੀ ਹੋ ਗਿਆ ਮੈਕਸਿਮਮ। ਬਾਅਦ ਵਿੱਚ ਦੇਖੋ ਘਟਦਾ ਉਹ ਇੱਥੇ ਆ ਕੇ ਕਿੰਨਾ ਹੋ ਗਿਆ 0। ਇਹਦਾ ਮਤਲਬ ਕਰੰਟ ਵੱਧਦਾ ਵੀ ਪਿਆ ਫਿਰ ਘਟਦਾ ਵੀ ਪਿਆ। ਇਹਦਾ ਮਤਲਬ ਕਰੰਟ ਆਪਣਾ ਮੈਗਨੀਟਿਊਡ ਚੇਂਜਸ ਵਿਦ ਟਾਈਮ ਆਪਣਾ ਮੈਗਨੀਟਿਊਡ ਟਾਈਮ ਦੇ ਅਕੋਰਡਿੰਗ ਚੇਂਜ ਕਰ ਰਿਹਾ। ਇੱਥੇ ਕਿੰਨਾ ਹੋ ਗਿਆ ਕਰੰਟ 0। ਉਸ ਤੋਂ ਬਾਅਦ ਦੇਖੋ ਕਰੰਟ ਨੀਚੇ ਨੂੰ ਆ ਗਿਆ। ਜੇ ਉੱਪਰ ਨੂੰ ਵੈਲਿਊ ਸਾਡੀ ਪੋਜ਼ਿਟਿਵ ਹੈ ਤੇ ਨੀਚੇ ਵਾਲਾ ਸੈਕਸ਼ਨ ਸਾਡਾ ਨੈਗੇਟਿਵ ਹੈ। ਇਹਦਾ ਮਤਲਬ ਕਰੰਟ ਨੀਚੇ ਨੂੰ ਵਧਣਾ ਸ਼ੁਰੂ ਹੋ ਗਿਆ ਵਾਧਾ ਇੱਥੇ ਫਿਰ ਦੁਬਾਰਾ ਮੈਕਸਿਮਮ ਹੋ ਗਿਆ। ਇਹ ਵੀ ਸਾਡੇ ਕੋਲ ਮੈਕਸਿਮਮ ਵੈਲਿਊ ਹੈ। ਨਾਓ ਦਿਸ ਇਜ਼ ਮਾਈਨਸ ਇਹ ਸਾਡੀ ਵੈਲਿਊ ਜਿਹੜੀ ਕਰੰਟ ਦੀ ਆਈ ਹੈ ਮੈਕਸਿਮਮ ਮਾਈਨਸ ਕਿਉਂਕਿ ਡਾਇਰੈਕਸ਼ਨ ਆਪੋਜ਼ਿਟ ਹੋ ਗਈ ਤੇ ਆਹ ਵਾਲੀ ਜਿਹੜੀ ਵੈਲਿਊ ਹੈ ਕਰੰਟ ਦੀ ਇਹ ਪਲੱਸ ਹੋ ਗਈ। ਇਹਦਾ ਮਤਲਬ ਇਸ ਕਰੰਟ ਨੇ ਆਪਣੀ ਡਾਇਰੈਕਸ਼ਨ ਵੀ ਜਿਹੜੀ ਹੈ ਉਹਨੂੰ ਚੇਂਜ ਕੀਤਾ ਹੈ। ਹਾਂਜੀ ਬੇਟਾ ਕਲੀਅਰ। ਦੈਟਸ ਵਾਈ ਦਿਸ ਇਜ਼ ਦਾ ਆਲਟਰਨੇਟਿੰਗ ਕਰੰਟ। ਉਹ ਕਰੰਟ ਜਿਹੜਾ ਆਪਣੀ ਮੈਗਨੀਟਿਊਡ ਵੀ ਚੇਂਜ ਕਰੇਗਾ ਤੇ ਜਿਹੜਾ ਆਪਣੀ ਡਾਇਰੈਕਸ਼ਨ ਵੀ ਚੇਂਜ ਕਰੇਗਾ ਆਫਟਰ ਰੈਗੂਲਰ ਇੰਟਰਵਲ ਆਫ ਟਾਈਮ। ਰੈਗੂਲਰ ਟਾਈਮ ਬਾਅਦ ਉਹਨੇ ਆਪਣੀ ਡਾਇਰੈਕਸ਼ਨ ਚੇਂਜ ਕਰਨੀ ਹੈ। ਆ ਨਹੀਂ ਹੈ ਕਿ ਜੇ ਮੈਂ ਕਹਾਂ ਵੀ 2 ਸੈਕਿੰਡ ਬਾਅਦ ਉਹ ਮੈਕਸਿਮਮ ਸੀ ਤੇ ਨੈਕਸਟ 2 ਬਾਅਦ ਉਹ 0 ਹੈ ਫਿਰ 1 ਸੈਕਿੰਡ ਬਾਅਦ ਮਿਨੀਮਮ ਹੋ ਗਿਆ। मतलब जे 2 सैकंड बाद मैक्सिमम है तो उस तो बाद 2 बाद वो 0 होया
ਫਿਰ ਟੂ ਬਾਅਦ ਦੂਜੀ ਡਾਇਰੈਕਸ਼ਨ 'ਚ ਮੈਕਸਿਮਮ ਹੋਏਗਾ। ਆਫਟਰ ਰੈਗੂਲਰ ਟਾਈਮ ਤੋਂ ਬਾਅਦ ਉਹ ਆਪਣੀ ਡਾਇਰੈਕਸ਼ਨ ਜਿਹੜੀ ਹੈ ਆਪਣਾ ਮੈਗਨੀਟਿਊਡ ਵਗੈਰਾ ਜਿਹੜਾ ਜੋ ਵੀ ਹੈ ਉਹ ਰਿਪੀਟ ਵੀ ਕਰੇਗਾ। ਇਸ ਕਰੰਟ ਦਾ ਨਾਮ ਹੁੰਦਾ ਹੈ ਆਲਟਰਨੇਟਿੰਗ ਕਰੰਟ। ਨਾਓ ਜਿਹੜਾ ਆ ਬੇਟਾ I ਮੈਕਸਿਮਮ ਹੈ ਇਹਦੀ ਜਗ੍ਹਾ ਤੇ ਅਸੀਂ I ਦੇ ਪੈਰ 'ਚ 0 ਵੀ ਪਾ ਕੇ ਲਿਖ ਸਕਦੇ ਹਾਂ। ਇਹਨੂੰ ਅਸੀਂ ਬੋਲਦੇ ਹਾਂ ਮੈਕਸਿਮਮ ਵੈਲਿਊ ਆਫ ਕਰੰਟ। ਜ਼ਿਆਦਾਤਰ ਇਸ ਤਰ੍ਹਾਂ ਲਿਖਾਂਗੇ I0। ਇਹਨੂੰ ਬੋਲਦੇ ਹਾਂ ਪੀਕ ਵੈਲਿਊ ਆਫ ਕਰੰਟ। ਇਟ ਇਜ਼ ਆਲਸੋ ਕਾਲਡ, ਇਹਦਾ ਨਾਮ ਕੀ ਹੈ, ਪੀਕ ਵੈਲਿਊ ਆਫ ਕਰੰਟ। ਉਹ ਕਰੰਟ ਜਿਹੜਾ ਵਾਧਾ ਫਿਰ ਉਹਨੇ ਮੈਕਸਿਮਮ ਹੀ ਹੋਣਾ ਹੈ। ਜਿਹੜੀ ਮੈਕਸਿਮਮ ਵੈਲਿਊ ਆਏਗੀ ਉਹਨੂੰ ਅਸੀਂ ਬੋਲਦੇ ਹਾਂ ਪੀਕ ਵੈਲਿਊ। ਫਿਰ ਘਟੇਗੀ, ਘਟਦੀ 0 ਹੋਏਗੀ, ਦੂਜੀ ਡਾਇਰੈਕਸ਼ਨ 'ਚ ਚਲਾ ਜਾਏਗਾ। ਲੇਕਿਨ ਆਹ ਵਰਡ ਯਾਦ ਰੱਖਣਾ ਹੈ ਪੀਰੀਓਡਿਕਲੀ। ਨਾਓ ਹੁਣ ਇਸੇ ਚੀਜ਼ ਨੂੰ ਅਸੀਂ ਬੇਟਾ ਡਿਸਕਸ ਕਰਨ ਲੱਗੇ ਹਾਂ ਕਿ ਇਹ ਚੀਜ਼ ਦਾ ਮਤਲਬ ਕੀ ਹੈ। ਪੀਰੀਓਡਿਕਲੀ ਦਾ ਕੀ ਮਤਲਬ ਹੈ। ਨਾਓ ਆਲਟਰਨੇਟਿੰਗ ਕਰੰਟ ਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ? ਸਾਡੇ ਕੋਲ ਆਂਦੀ ਹੈ ਸਾਈਨ ਵੇਵ ਵਰਗੀ। ਆਲਟਰਨੇਟਿੰਗ ਕਰੰਟ ਦੀ ਸ਼ੇਪ ਕਿਸ ਤਰ੍ਹਾਂ ਦੀ ਹੈ? ਸਾਈਨ ਵੇਵ। ਇਸ ਤਰ੍ਹਾਂ ਜਿਹੜੀ ਵੇਵ ਚੱਲਦੀ ਨਾ ਉਸ ਤਰ੍ਹਾਂ ਇਹ ਕਰੰਟ ਸਾਡਾ ਜਿਹੜਾ ਹੈ ਚੱਲਦਾ ਹੈ। ਨਾਓ ਟ੍ਰਿਗਨੋਮੈਟਰੀ ਦੇ ਵਿੱਚ ਅਸੀਂ ਬੇਟਾ ਇੱਕ ਫੰਕਸ਼ਨ ਸੁਣਿਆ ਸਾਈਨ ਥੀਟਾ, ਇੱਕ ਸਾਡੇ ਕੋਲ ਹੁੰਦਾ cos ਥੀਟਾ, ਇੱਕ ਹੁੰਦਾ ਸਾਡੇ ਕੋਲ tan ਥੀਟਾ। ਬੇਟਾ ਇਹ ਬਹੁਤ ਹੀ ਇੰਪੋਰਟੈਂਟ ਪਾਰਟ ਹੈ। ਅੱਜ ਦਾ ਲੈਕਚਰ ਸਮਝ ਲੱਗੇਗੀ ਤੇ ਅਸੀਂ ਅਗਲੇ ਲੈਕਚਰ ਸਮਝ ਪਾਵਾਂਗੇ। ਨਾਓ ਜਿਹੜਾ ਸਾਡੇ ਕੋਲ ਬੇਟਾ ਜਿਹੜਾ ਸਾਈਨ ਥੀਟਾ ਹੈ ਇਹਦੀ ਵੈਲਿਊ ਕਦੋਂ ਰਿਪੀਟ ਹੁੰਦੀ ਹੈ? ਆ ਦੇਖੋ, ਅਸੀਂ ਪੜਿਆ ਕਿ ਸਾਈਨ 90 ਪਲੱਸ ਥੀਟਾ ਹੋਵੇ ਨਾ ਤੇ ਉਹ ਹੋ ਜਾਂਦਾ ਹੈ cos ਥੀਟਾ। ਜੇ ਅਸੀਂ ਥੀਟਾ ਦੇ ਵਿੱਚ 90 ਪਲੱਸ ਕਰੀਏ ਤੇ ਵੈਲਿਊ ਹੀ ਚੇਂਜ ਹੋ ਗਈ, ਸਾਈਨ ਦਾ ਬਣ ਜਾਂਦਾ ਹੈ cos। ਇਹ ਬੇਟਾ ਅਸੀਂ ਪੜਿਆ ਆਲਰੇਡੀ। ਤੇ ਜੇ ਅਸੀਂ ਗੱਲ ਕਰਦੇ ਹਾਂ ਸਾਈਨ 180 ਪਲੱਸ ਥੀਟਾ, ਸਾਈਨ 180 ਪਲੱਸ ਥੀਟਾ, ਇਹ ਕੀ ਚੀਜ਼ ਹੈ? 180 ਪਲੱਸ ਥੀਟਾ ਤੇ ਸਾਡੇ ਕੋਲ ਥਰਡ ਕੁਆਡਰੈਂਟ ਹੋ ਗਿਆ। ਕਿਹੜਾ ਕੁਆਡਰੈਂਟ ਹੋ ਗਿਆ? ਥਰਡ। ਇਹਦਾ ਮਤਲਬ ਕੀ ਹੋਇਆ? ਸਾਡੇ ਕੋਲ ਜਿਹੜਾ ਹੈ 180 ਪਲੱਸ ਥੀਟਾ ਸੈਕੰਡ ਤੋਂ ਬਾਅਦ ਥਰਡ, ਤੇ ਥਰਡ ਕੁਆਡਰੈਂਟ ਦੇ ਵਿੱਚ ਜਿਹੜਾ ਹੈ ਸਾਈਨ ਨੈਗੇਟਿਵ ਹੁੰਦਾ ਹੈ ਤੇ ਸਾਡੇ ਕੋਲ ਵੈਲਿਊ ਆਏਗੀ ਮਾਈਨਸ ਸਾਈਨ ਥੀਟਾ। ਇਹ ਤੁਸੀਂ ਆਲਰੇਡੀ ਜਿਹੜਾ ਸਟੱਡੀ ਕੀਤਾ ਹੈ ਕਿ ਸਾਈਨ 180 ਪਲੱਸ ਥੀਟਾ it is equal to minus sine theta. Now if I write sine 360 degree plus theta, ਜੇ ਅਸੀਂ 360 ਡਿਗਰੀ ਦੀ ਗੱਲ ਕਰੀਏ ਫਿਰ ਸਾਡੇ ਕੋਲ ਜਿਹੜੀ ਹੈ ਵੈਲਿਊ ਅਗੇਨ ਸਾਈਨ ਦੀ ਵੈਲਿਊ ਕਿੰਨੀ ਆਉਂਦੀ ਹੈ? ਸਾਈਨ ਥੀਟਾ। ਬੇਟਾ ਇਹ ਅਸੀਂ ਟ੍ਰਿਗਨੋਮੈਟਰੀ ਦੇ ਵਿੱਚ +1 ਦੇ ਵਿੱਚ ਆਲਰੇਡੀ ਸਟੱਡੀ ਕੀਤਾ ਹੈ ਕਿ ਸਾਈਨ ਵਿੱਚ ਕਿੰਨਾ ਐਡ ਕਰੀਏ, ਸਾਈਨ ਦੇ ਵਿੱਚ ਅਸੀਂ ਕਿੰਨਾ ਐਡ ਕਰੀਏ ਕਿ ਸਾਡੀ ਜਿਹੜੀ ਹੈ ਵੈਲਿਊ ਦੁਬਾਰਾ ਸਾਈਨ ਥੀਟਾ ਹੀ ਆ ਜੇ। ਉਹ ਸਾਨੂੰ ਕਿੰਨਾ ਐਡ ਕਰਨਾ ਪੈਂਦਾ? 360 ਡਿਗਰੀ। 360 ਡਿਗਰੀ ਦਾ ਮਤਲਬ ਹੁੰਦਾ ਹੈ 2 ਪਾਈ ਰੇਡੀਅਨ। ਅਸੀਂ ਪੜਿਆ ਹੈ ਕਿ ਜੇਕਰ ਸਾਈਨ ਥੀਟਾ ਦੇ ਵਿੱਚ 360 ਡਿਗਰੀ ਐਡ ਕਰੋਗੇ ਜਵਾਬ ਸਾਡਾ ਜਿਹੜਾ ਹੈ ਉਹ ਸੇਮ ਆਏਗਾ। ਕਹਿਣ ਦਾ ਮਤਲਬ ਦੇਖੋ ਇਧਰ ਦੁਬਾਰਾ, ਜੇ ਮੇਰੇ ਕੋਲ sin 30 ਦੀ ਵੈਲਿਊ 1/2 ਹੁੰਦੀ ਹੈ, sin 30 ਕਿੰਨਾ ਹੈ? 1/2। ਤੇ ਜੇਕਰ ਮੈਂ ਇਹਦੇ ਵਿੱਚ 360 ਐਡ ਕਰ ਦਵਾਂ, 360 ਡਿਗਰੀ ਐਡ ਕਰਦਾ ਇਹਦੇ ਵਿੱਚ, ਤੇ ਮੇਰੇ ਕੋਲ ਬਣ ਜਾਏਗਾ 360 ਡਿਗਰੀ ਪਲੱਸ 30। sin 360 ਡਿਗਰੀ ਪਲੱਸ 30 ਇਹਦੀ ਵੈਲਿਊ ਅਗੇਨ ਜਿਹੜੀ ਹੈ ਉਹ sin 30 ਹੁੰਦੀ ਹੈ ਤੇ ਇਹਨੂੰ ਅਸੀਂ ਕਿੰਨਾ ਲਿਖਦੇ ਆ? 1/2। ਅਗੇਨ ਸਾਡੇ ਕੋਲ ਕਿੰਨਾ ਆਉਂਦਾ ਹੈ? 1/2। ਸਾਈਨ ਜਿਹੜਾ ਹੈ ਆਪਣੀ ਵੈਲਿਊ ਰਿਪੀਟ ਕਰਦਾ ਹੈ ਆਫਟਰ 2 ਪਾਈ। ਇਹਨਾਂ ਐਂਗਲ ਐਡ ਕਰੋਗੇ ਦੁਬਾਰਾ ਉਹੀ ਵੈਲਿਊ ਸਾਡੇ ਕੋਲ ਜਿਹੜੀ ਹੈ ਆਨਸਰ ਸੇਮ ਆਏਗਾ। ਇਹਦਾ ਮਤਲਬ
ਜਿਹੜਾ ਸਾਈਨ ਹੈ ਇਹਦਾ ਪੀਰੀਅਡ ਕਿੰਨਾ ਹੈ। ਸਾਈਨ ਥੀਟਾ ਦਾ ਜਿਹੜਾ ਸਾਡੇ ਕੋਲ ਪੀਰੀਅਡ ਹੈ ਉਹ ਹੁੰਦਾ ਹੈ ਸਾਡੇ ਕੋਲ 2 ਪਾਈ। ਸਾਈਨ ਥੀਟਾ ਦਾ ਪੀਰੀਅਡ 2 ਪਾਈ। 2 ਪਾਈ ਦਾ ਮਤਲਬ ਸਾਈਨ ਥੀਟਾ ਵਿੱਚ ਮੈਂ ਕਿੰਨਾ ਐਡ ਕਰਾਂ, ਪੀਰੀਅਡ ਮੈਨੇ ਰਿਪੀਟ ਹੋਏਗੀ ਵੈਲਿਊ ਦੁਆਰਾ। ਜਦੋਂ ਸਾਈਨ ਦੇ ਵਿੱਚ ਮੈਂ 2 ਪਾਈ ਐਡ ਕਰਾਂਗਾ ਮੇਰੀ ਸਾਈਨ ਥੀਟਾ ਦੀ ਵੈਲਿਊ ਸੇਮ ਆ ਜਾਏਗੀ। ਕਿਉਂਕਿ ਜੇ ਮੈਂ 90 ਐਡ ਕਰਦਾ ਤੇ ਮੇਰਾ cos ਹੋ ਗਿਆ, ਜੇ ਮੈਂ 180 ਐਡ ਕਰਦਾ ਤੇ ਬੇਟਾ ਮੇਰਾ ਉਹ ਮਾਈਨਸ ਸਾਈਨ ਹੋ ਗਿਆ, ਪਰ ਜੇ ਮੈਂ 360 ਡਿਗਰੀ ਐਡ ਕਰਦਾ ਤਾਂ ਅਗੇਨ ਮੇਰਾ ਸਾਈਨ ਹੀ ਆਂਦਾ, ਜਵਾਬ ਸਾਈਨ ਥੀਟਾ ਦੁਬਾਰਾ ਆ ਜਾਂਦਾ। ਇਹਦਾ ਮਤਲਬ ਸਾਈਨ ਥੀਟਾ ਦਾ ਪੀਰੀਅਡ ਕਿੰਨਾ ਹੁੰਦਾ ਹੈ 2 ਪਾਈ। 2 ਪਾਈ ਦਾ ਮਤਲਬ 360 ਡਿਗਰੀ। ਹਾਂਜੀ ਬੇਟਾ ਕਲੀਅਰ। ਇਹਦਾ ਮਤਲਬ ਸਾਈਨ ਜਿਹੜਾ ਥੀਟਾ ਹੈ ਇਹ ਇੱਕ ਪੀਰੀਓਡਿਕ ਫੰਕਸ਼ਨ ਹੈ। ਪੀਰੀਓਡਿਕ ਫੰਕਸ਼ਨ ਦਾ ਮਤਲਬ ਇਹਨੇ ਆਪਣੀ ਵੈਲਿਊ ਆਫਟਰ ਰੈਗੂਲਰ ਟਾਈਮ ਬਾਅਦ, ਕਿੰਨੇ ਟਾਈਮ ਬਾਅਦ ਰਿਪੀਟ ਕਰੇਗਾ 2 ਪਾਈ ਪੀਰੀਅਡ ਬਾਅਦ ਆਪਣੀ ਵੈਲਿਊ ਜਿਹੜੀ ਹੈ ਦੁਬਾਰਾ ਰਿਪੀਟ ਕਰੇਗਾ। ਮੰਨ ਲਓ ਜੇ ਹੁਣ ਸਾਈਨ 0 ਹੈ ਨਾ, ਤੇ ਜੇ ਮੈਂ 0 ਤੇ 2 ਪਾਈ ਪਲੱਸ ਕਰਦਾ ਤੇ 2 ਪਾਈ ਪਲੱਸ 0 2 ਪਾਈ, ਫਿਰ ਦੁਬਾਰਾ ਸਾਈਨ 0 ਆਏਗਾ। ਫਿਰ 2 ਪਾਈ ਪਲੱਸ ਕਰਾਂ ਸਾਈਨ 4 ਪਾਈ ਬਣ ਗਿਆ, ਉਹ ਵੀ 0 ਆਏਗਾ। ਫਿਰ 2 ਪਾਈ ਪਲੱਸ ਕਰਦਾ ਸਾਈਨ 6 ਪਾਈ, ਫਿਰ ਦੁਬਾਰਾ ਮੇਰਾ ਆਨਸਰ ਕਿੰਨਾ ਆਏਗਾ 0। ਕਹਿਣ ਦਾ ਮਤਲਬ 2 ਪਾਈ ਦੇ ਡਿਫਰੈਂਸ ਦੇ ਉੱਤੇ ਵੈਲਿਊ ਜਿਹੜੀ ਹੈ ਉਹ ਦੁਬਾਰਾ ਰਿਪੀਟ ਕਰੇਗੀ। ਤੇ ਇਹਨੂੰ ਆਪਣੇ ਮਾਈਂਡ 'ਚ ਰੱਖ ਲਓ। ਵਾਟ ਇਜ਼ ਦ ਪੀਰੀਅਡ ਆਫ ਸਾਈਨ ਥੀਟਾ? ਇਟ ਇਜ਼ 2 ਪਾਈ। ਵਾਟ ਡੂ ਯੂ ਮੀਨ ਬਾय ਪੀਰੀਅਡ? ਪੀਰੀਅਡ ਇੱਕ ਟਾਈਮ ਜਾਂ ਐਂਗਲ ਸ਼ੋ ਕਰੇਗਾ ਜਿਸ ਤੋਂ ਬਾਅਦ ਦੁਬਾਰਾ ਸਾਈਨ ਦੀ ਵੈਲਿਊ ਉਹ ਹੀ ਦੁਬਾਰਾ ਜਿਹੜੀ ਹੈ ਉਹ ਰਿਪੀਟ ਹੋਏਗੀ। ਨਾਓ ਆਈ ਥਿੰਕ ਕਿ ਤੁਹਾਨੂੰ ਆ ਚੀਜ਼ ਕਲੀਅਰ ਹੋ ਗਈ। ਇਸੇ ਤਰੀਕੇ ਨਾਲ ਬੇਟਾ ਜਿਹੜਾ cos ਥੀਟਾ ਹੈ ਉਹ ਵੀ ਜਿਹੜਾ ਸਾਡਾ ਜਿਹੜਾ ਟ੍ਰਿਗੋਨੋਮੈਟ੍ਰਿਕ ਫੰਕਸ਼ਨ ਉਹ ਵੀ ਪੀਰੀਓਡਿਕ ਫੰਕਸ਼ਨ ਹੈ। ਸਾਈਨ ਥੀਟਾ ਹੋਵੇ ਤੇ ਭਾਵੇਂ ਸਾਡੇ ਕੋਲ ਹੋਵੇ cos ਥੀਟਾ, ਦੋਨਾਂ ਦਾ ਹੀ ਜਿਹੜਾ ਹੈ ਸਾਈਨ ਥੀਟਾ ਤੇ cos ਥੀਟਾ ਦੋਨਾਂ ਦਾ ਪੀਰੀਅਡ ਜਿਹੜਾ ਹੈ ਸਾਡੇ ਕੋਲ 2 ਪਾਈ ਹੈ। ਨਾਓ ਬੇਟਾ ਇਹ ਚੀਜ਼ ਨੋਟ ਕਰ ਲਓ ਕਿ ਆਲਟਰਨੇਟਿੰਗ ਕਰੰਟ ਨੂੰ ਲਿਖਣ ਦਾ ਸਾਡੇ ਕੋਲ ਫਾਰਮੂਲਾ ਕਿਹੜਾ ਹੈ? I is equal to I naught sin omega t. Alternating current is given by I is equal to I naught sin omega t. Alternating current ਦੇ ਫਾਰਮੂਲੇ ਵਿੱਚ ਸਾਈਨ ਕਿਉਂ ਆਇਆ? ਪਹਿਲੀ ਗੱਲ ਤੇ ਆਲਟਰਨੇਟਿੰਗ ਕਰੰਟ ਦੇ ਫਾਰਮੂਲੇ ਵਿੱਚ ਸਾਈਨ ਕਿਉਂ ਆਇਆ? ਕਿਉਂਕਿ ਬੇਟਾ ਅਸੀਂ ਜਦੋਂ ਡੈਫੀਨੇਸ਼ਨ ਪੜ੍ਹੀ ਸੀ ਕਿ ਆਲਟਰਨੇਟਿੰਗ ਕਰੰਟ ਉਹ ਕਰੰਟ ਹੈ ਜਿਹੜਾ ਆਪਣੀ ਵੈਲਿਊ ਰੈਗੂਲਰ ਟਾਈਮ ਬਾਅਦ ਰਿਪੀਟ ਕਰਦਾ ਹੈ, ਤੇ ਰੈਗੂਲਰ ਟਾਈਮ ਬਾਅਦ ਰਿਪੀਟ ਕਰਨ ਵਾਲਾ ਤੇ ਸਾਡੇ ਕੋਲ ਇੱਕ ਸਾਈਨ ਥੀਟਾ ਹੀ ਫੰਕਸ਼ਨ ਹੈ। ਇਸ ਕਰਕੇ ਅਸੀਂ ਆਲਟਰਨੇਟਿੰਗ ਕਰੰਟ ਦੇ ਫਾਰਮੂਲੇ ਦੇ ਵਿੱਚ ਅਸੀਂ sin omega t ਵੀ ਲਿਖ ਸਕਦੇ ਹਾਂ, ਤੇ ਚਾਹੋ ਤੇ ਤੁਸੀਂ cos omega t ਵੀ ਲਿਖ ਸਕਦੇ ਹਾਂ। ਅਸੀਂ ਜ਼ਿਆਦਾ ਕਿਹੜਾ ਲੈ ਕੇ ਚੱਲਾਂਗੇ? sin omega t। now this is called the peak value। ਇਹ ਸਾਡੀ ਹੈਗੀ ਆ peak value, alternating current ਦੀ peak value ਮੈਂ ਪਹਿਲਾਂ ਵੀ ਸਮਝਾਈ। now this is the instantaneous value। ਇਹ ਕਿਹੜੀ ਵੈਲਿਊ ਹੈ? instantaneous value of alternating current। ਹਾਂਜੀ ਬੇਟਾ ਕਲੀਅਰ। ਜਿਹੜਾ ਕੱਲਾ ਓਮੇਗਾ ਹੈ ਇਟ ਇਜ਼ angular frequency, ਇਸ ਨੂੰ ਅਸੀਂ ਬੋਲਦੇ ਹਾਂ angular frequency ਓਮੇਗਾ, ਤੇ ਇਹਦੀ ਜਿਹੜੀ ਵੈਲਿਊ ਹੋਏਗੀ ਓਮੇਗਾ ਦੀ 2 ਪਾਈ ਬਾਈ ਕੈਪੀਟਲ T। ओमेगा ਦੀ ਜਿਹੜੀ ਸਾਡੀ ਵੈਲਿਊ ਹੈ ਇਟ ਇਜ਼ 2 ਪਾਈ ਬਾਈ ਕੈਪੀਟਲ T, ਤੇ ਜਿਹੜਾ ਕੈਪੀਟਲ T ਹੈ ਇਸ ਨੂੰ ਅਸੀਂ ਬੋਲਦੇ ਹਾਂ ਟਾਈਮ ਪੀਰੀਅਡ। ਜਿੰਨੇ ਟਾਈਮ ਬਾਅਦ ਉਹ ਆਪਣੀ ਵੈਲਿਊ ਦੁਬਾਰਾ ਰਿਪੀਟ ਕਰੇਗਾ ਉਹ ਟਾਈਮ ਪੀਰੀਅਡ। ਇੱਕ ਚੱਕਰ ਪੂਰਾ ਹੋਣ ਦਾ ਸਮਾਂ ਉਹ ਮੈਂ ਡਿਸਕਸ ਕਰਦਾ ਡਾਇਗਰਾਮ ਦੇ ਨਾਲ। ਹਾਲੇ ਤੁਸੀਂ ਸਮਝੋ ਕਿ I ਨੂੰ ਕੀ ਬੋਲਦੇ ਆ? ਇੰਸਟੈਂਟੇਨੀਅਸ ਵੈਲਿਊ ਆਫ ਕਰੰਟ। It is a maximum and a peak value of current, and this is the angular frequency। ਤੇ ਜਿਹੜਾ ਸਾਡੇ ਕੋਲ ਆ t ਆਇਆ ਹੈ it is any time, ਇਹ ਕੋਈ ਵੀ ਟਾਈਮ ਹੋ ਸਕਦਾ ਹੈ, ਤੇ ਆ ਟਾਈਮ ਪੀਰੀਅਡ ਹੈ। ਤੇ ਮੇਗਾ ਦਾ ਫਾਰਮੂਲਾ 2 ਪਾਈ divided by capital T, and capital T is the time period। now
आई थिंक कि तुसी ये सारी चीज़ों को जिहड़ा है नोट कर लिया। आओ इस नूं जिहड़ा हुण असी डिस्कस करते हैं कि ग्राफ के थ्रू कि आ चीज़ां है की। बेटा बड़ा ही जिहड़ा है इंटरस्टिंग जिहड़ा है साडा चैप्टर है ऑल्टरनेटिंग करंट। नाउ बेटा देखो पहली गल ते साइन क्यों आया, क्योंकि ऑल्टरनेटिंग करंट पीरियोडिकली डायरेक्शन चेंज करता है ते साइन भी अपनी डायरेक्शन चेंज करता है, इस करके साइन लगाया। नाउ ग्राफ असी देखो इस तरह बनाता, इन्हें रिपीट होते जाना, इस तरह ही चलता जाएगा। नाउ इनू जरा ध्यान ना देखना है कि जो बनाते हैं रखना है कि ऊंचाई सेम होनी चाहिए, पीक वैल्यू सेम आनी चाहिए। बेटा हेयर इज 0, इट इज द आई करंट एंड दिस इज द टाइम, यह साडा हैगा टाइम। प्लीज सी बेटा बड़े ध्यान नाल खुप के समझियो। बेटा इथों करंट वधिया वादा 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 इथे क पहुंच गया, मान लो असि इथे क पहुंचे। मैं पूछा इस टाइम ते करंट कितना है, क्योंकि बेटा टाइम चलता पे, इस टाइम ते करंट कितना है तो तुम दसोगे इस टाइम के उत्ते करंट की आ वैल्यू आई है। इस नूं बोलते हैं इंस्टैंटेनियस वैल्यू ऑफ करंट। करंट एट एनी टाइम, किसी टाइम ते पूछ लिए भी करंट की वैल्यू हुण कितनी है, क्योंकि तो चेंज होता है, वधदा घटदा है। एट एनी टाइम इफ आई आस्क व्हाट इज द वैल्यू ऑफ करंट, दिस इज कॉल्ड द इंस्टैंटेनियस वैल्यू ऑफ करंट। ते जे मैं पूछा इस टाइम ते कितना है, ते इस टाइम ते तुसी बोलोगे कि साडा करंट मैक्सिमम है, यह साडी पीक वैल्यू है। दिस इज द मैक्सिमम करंट, यह साडी जिहड़ी है मैक्सिमम वैल्यू है, पीक वैल्यू जिन्होंने मैग्नीट्यूड बोलते हैं। हाँ जी बेटा क्लियर। एम्पलीट्यूड, यह साडा जिहड़ा एम्पलीट्यूड है। नाउ दिस इज अ इंस्टैंटेनियस वैल्यू ऑफ करंट, इट मे बी 0, इट मे बी मैक्सिमम, जेड़ी मर्जी जिहड़ी है वैल्यू हो सकती है। ते इस तो बाद असी दोबारा डायग्राम बना देने हैं। हाँ जी तुहानू यह चीज क्लियर हो गई। दिस इज अ इंस्टैंटेनियस वैल्यू ऑफ करंट। नाउ हियर इज द आई। बेटा इस करंट ने एक चक्कर पूरा कदों किया, आ देखो इथों तुरिया वादा 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 मैक्सिमम, घटदा घटदा 0, फिर वादा वादा दूजी डायरेक्शन च मैक्सिमम, घटदा घटदा फिर 0 आ गया। इथों तक जरा ध्यान ना देखो, फिर दोबारा ऊपर जाएगा इसी तरीके ना। एक चक्कर जिहड़ा है इथे जाके कंप्लीट होया है। ते इस पूरे चक्कर दा, पूरे साइकिल दा जिहड़ा टाइम है उस नूं असीं बोलदे हां टाइम पीरियड। दिस इज द कैपिटल टी, इट इज अ टाइम टू कंप्लीट वन रेवोल्यूशन। एक चक्कर जिहड़ा है पूरा करन दा जिहड़ा साडा टाइम लगा है उस नूं असीं बोलदे हां टाइम पीरियड। हाँ जी बेटा क्लियर। नाउ दिस टाइम इज डिवाइडेड इनटू, असी इनू जिहड़ा है 4 पार्ट्स दे विच असी डिवाइड करन लगे हैं। इस टाइम नू असी 4 पार्ट्स दे विच जिहड़ा है इनू आपां डिवाइड कर दांगे। आओ देखिए वो किहड़े-किहड़े पार्ट्स ने। एक आ गया साडे कोल t/2, उस तो बाद साडे कोल आ जाएगा t, फिर आ जाएगा साडे कोल 3t/2, ते फिर साडे कोल आ जाएगा कैपिटल ए अपना आ जाएगा साडे कोल जिहड़ा है t। पहला असीं कर लेने t/4, दूसरा कर देने t/2, पहला रख दिता असीं t/4, उस तो बाद t/2, उस तो बाद 3t/2, सॉरी 3t बाय अपने को आ जाएगा इत्थे 4, ते लास्ट विच आ जाएगा साडे कोल t। फिर देखो t/4 दे असीं 4 पार्ट्स असीं जिहड़े दे कर लगे हैं। पहला t/4, फिर t/4 कितना हो गया, t/4 प्लस t/4 t/2 हो गया। फिर एक होर t/4 ऐड कर दो 3t/4, एक बार होर करोगे तो 4t/4, 4 ना 4 कैंसल, t आ गया टोटल। टोटल टाइम दे असी 4 पार्ट्स असी जिहड़े दे कर दिते हैं। नाउ इस फॉर्मूले नूं असी दोबारा इत्थे लिख लेने आ, I इज इक्वल टू I नॉट, ध्यान नाल देखो साइन 2 पाई बाय कैपिटल T इंटू स्मॉल t। मैं की कीता ओमेगा दी जगह ते ओदा फॉर्मूला लगा दिता 2 पाई बाय कैपिटल T, आ ओदी वैल्यू बेटा पुट कर दी है। हाँ जी बेटा क्लियर।
ਹੁਣ ਦੇਖੋ ਧਿਆਨ ਨਾਲ, ਇਫ ਜਿਹੜਾ ਸਾਡਾ ਟਾਈਮ ਹੈ ਆ ਸਮਾਲ t, ਐਨੀ ਟਾਈਮ ਜਿਹੜਾ ਸਾਡਾ, ਇਫ ਇਟ ਇਜ਼ ਇਕੁਅਲ ਟੂ t/4, ਮੰਨ ਲਓ ਵੀ ਸਾਡਾ ਟਾਈਮ ਹਲੇ t/4 ਹੈ, ਪੂਰੇ ਟਾਈਮ ਦਾ ਹਲੇ ਚੌਥਾ ਹਿੱਸਾ ਹੀ ਬੀਤਿਆ ਹੈ, ਮੰਨ ਲਓ ਸਮਾਲ t ਐਨੀ ਟਾਈਮ ਜਿਹੜਾ ਹੈ ਉਹ t/4 ਦੇ ਇਕੁਅਲ ਹੈ, ਦੈਨ ਹਾਂਜੀ ਬੇਟਾ ਕੀ ਹੋਏਗਾ, ਮੈਂ ਇੱਥੇ ਲਿਖ ਦੇਣਾ ਨਾਲ ਵੈਲਿਊ, ਇਹਨੂੰ ਥੋੜਾ ਜਿਹਾ ਆਪਾਂ ਸੋਲਵ ਕਰਨਾ ਹੈ ਤੇ ਧਿਆਨ ਨਾਲ ਦੇਖਣਾ ਹੈ। ਜੇਕਰ ਸਾਡਾ t/4 ਹੋਏਗਾ, therefore ਸਾਡੇ ਕੋਲ ਜਿਹੜੀ ਹੈ i ਦੀ ਵੈਲਿਊ i0 ਤੇ sin ਸਾਡੇ ਕੋਲ ਆਏਗਾ 2t/t into t/4। ਅਸੀਂ ਸਮਾਲ t ਦੀ ਜਿਹੜੀ ਹੈ ਅਸੀਂ ਵੈਲਿਊ ਇੱਥੇ ਬੇਟਾ ਪੁੱਟ ਕਰ ਦਿੱਤੀ, t ਨਾਲ t ਜਿਹੜਾ ਹੈ ਸਾਡਾ ਕੈਂਸਲ, 2 ਨਾਲ ਇੱਥੇ 4 ਕੈਂਸਲ ਹੋ ਗਿਆ ਤੇ ਸਾਡੇ ਕੋਲ ਨੀਚੇ ਜਿਹੜਾ ਹੈ ਬਚ ਗਿਆ ਸਾਡੇ ਕੋਲ ਕਿੰਨਾ 2। ਤੇ ਇਹਨੂੰ ਜੇ ਅਸੀਂ ਫਰਦਰ ਲਿਖੀਏ ਤੇ ਸਾਡੇ ਕੋਲ i0, ਇਹ i0 ਆ ਗਿਆ ਤੇ ਅੱਗੇ ਆ ਗਿਆ ਸਾਡੇ ਕੋਲ sin, ਇੱਥੇ ਕੀ ਬਚਿਆ ਦੇਖੋ ਪਾਈ ਤੇ ਨੀਚੇ ਕੀ ਬਚਿਆ ਓਵਰ 2। ਬੇਟਾ π/2 ਕਿੰਨਾ ਹੁੰਦਾ ਹੈ, ਸਭ ਬੱਚੇ ਨੂੰ ਪਤਾ ਹੈ ਕਿ π/2 ਅਸੀਂ ਕੀ ਹੁੰਦਾ ਹੈ 90 ਡਿਗਰੀ, π/2 ਦਾ ਮਤਲਬ 90 ਡਿਗਰੀ, ਤੇ ਅਸੀਂ ਜਿਹਨੂੰ ਇੱਥੇ ਲਿਖ ਦਿੰਦੇ ਆ ਕਿੰਨਾ ਆਏਗਾ i0, ਇਹ i ਦੀ ਵੈਲਿਊ ਇਕੁਅਲ ਟੂ i0 ਤੇ sin 90, ਤੇ ਬੇਟਾ sin 90 1, sin 90 ਕਿੰਨਾ ਹੁੰਦਾ 1 ਤੇ ਬਾਕੀ ਕੀ ਰਹਿ ਗਿਆ i0। i ਦੀ ਵੈਲਿਊ ਜਿਹੜੀ ਹੈ ਬੇਟਾ ਆ ਮੈਂ ਸੋਲਵ ਕੀਤਾ ਜੇ ਧਿਆਨ ਨਾਲ ਦੇਖ ਲਓ, i ਦੀ ਵੈਲਿਊ ਕਿਹਦੇ ਇਕੁਅਲ ਆਈ i0 ਦੇ ਇਕੁਅਲ, ਕਹਿਣ ਦਾ ਮਤਲਬ ਜਦੋਂ ਮੇਰਾ ਟਾਈਮ t/4 ਹੋਏਗਾ ਤੇ ਕਰੰਟ ਜਿਹੜਾ ਹੈ ਮੇਰਾ ਪੀਕ ਵੈਲਿਊ ਦੇ ਇਕੁਅਲ ਹੋਏਗਾ। ਇਹਦਾ ਮਤਲਬ ਆ ਜਿਹੜਾ ਮੇਰਾ ਬੇਟਾ ਕਰੰਟ ਹੈ ਪੀਕ ਵੈਲਿਊ ਦੇਖੋ ਇੱਥੇ ਹੈਗੀ ਆ i0, ਦਿਸ ਇਜ਼ ਅ ਪੀਕ ਵੈਲਿਊ, ਇਹ ਕਦੋਂ ਹੋਏਗਾ ਜਦੋਂ ਨੀਚੇ ਬੇਟਾ ਜਿਹੜਾ ਸਾਡਾ ਟਾਈਮ ਹੈ t/4 ਹੋਏਗਾ। what is the value of alternating current at time t/4, ਉਹਦੀ ਵੈਲਿਊ ਕਿੰਨੀ ਹੋਏਗੀ ਸਾਡੀ ਪੀਕ ਵੈਲਿਊ ਦੇ ਉਹ ਇਕੁਅਲ ਹੋਏਗਾ। ਨਾਓ ਸਿਮਿਲਰਲੀ ਜੇ ਅਸੀਂ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ, ਦੂਸਰਾ ਟਾਈਮ ਲਈਏ, ਜੇ ਟਾਈਮ t/2 ਲਈਏ, ਹਾਫ ਲੈ ਲਈਏ, ਟੋਟਲ ਦਾ ਹਾਫ t/2 ਕਰ ਦਈਏ, then ਸਾਡੇ ਕੋਲ ਕੀ ਆਏਗਾ i is equal to i0 sin 2π/t, ਬੇਟਾ ਆ ਤੇ ਉਂਝ ਲਿਖ ਲਿਆ 2π/t, t ਦੀ ਵੈਲਿਊ ਕਿੰਨੀ ਭਰਾਂਗੇ ਸਾਡੇ ਕੋਲ ਆ ਜਾਏਗਾ t/2, t ਨਾ t ਕੈਂਸਲ, 2 ਨਾ 2 ਵੀ ਸਾਡਾ ਕੈਂਸਲ, ਐਂਡ ਵੀ ਗੈਟ i0 sin π, ਸਿਰਫ ਤੇ ਸਿਰਫ ਸਾਡੇ ਕੋਲ ਵੈਲਿਊ ਕਿੰਨੀ ਆਈ ਹੈ ਪਾਈ ਦੀ, ਤੇ sin 180 ਡਿਗਰੀ, sin 180 ਡਿਗਰੀ ਦੀ ਜਿਹੜੀ ਹੈ ਉਹ ਵੈਲਿਊ ਸਾਨੂੰ ਪਤਾ ਹੈ ਕਿ 0 ਹੁੰਦੀ ਹੈ, ਬੇਟਾ ਇਹਦੀ ਵੈਲਿਊ 0 ਹੁੰਦੀ ਹੈ, ਤੇ ਜਦੋਂ ਇਹਦੀ ਵੈਲਿਊ 0 ਹੈ ਤੇ ਨਾਲ i0 ਵੀ ਮਲਟੀਪਲਾਈ ਹੋ ਕੇ ਕਿੰਨਾ ਹੋ ਜਾਏਗਾ 0, ਇਹਦਾ ਮਤਲਬ i ਦੀ ਵੈਲਿਊ ਕਿੰਨੀ ਆਏਗੀ 0। ਕਰੰਟ ਮੇਰਾ 0 ਕਦੋਂ ਹੋਏਗਾ, ਆ ਦੇਖੋ ਇੱਥੇ 0 ਹੈ, ਵਾਧਾ 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 ਮੈਕਸਿਮਮ ਜਦੋਂ ਟਾਈਮ t/4, ਘਟਦਾ 0 ਕਦੋਂ ਹੋਇਆ ਜਦੋਂ ਟਾਈਮ ਮੈਂ ਕਿੰਨਾ ਪੁੱਟ ਕੀਤਾ ਬੇਟਾ t/2, t/2 ਦੇ ਉੱਤੇ ਟਾਈਮ ਪੀਰੀਅਡ ਜਿਹੜਾ ਟਾਈਮ ਕਰੰਟ ਹੈ ਉਹਦੀ ਵੈਲਿਊ ਸਾਡੀ ਕਿੰਨੀ ਆ ਜਾਏਗੀ ਬੇਟਾ 0 ਆ ਜਾਏਗੀ। ਸਿਮਿਲਰਲੀ ਜੇ ਮੈਂ ਹੁਣ 3t/4 ਲਵਾਂ, 3t/4 ਅਸੀਂ ਇੱਥੇ ਆ ਜਾਈਏ ਤੇ ਜਦੋਂ ਇੱਥੇ 3t/4 ਭਰੋਗੇ ਇੱਥੇ ਆ ਜਾਏਗਾ 4 ਤੇ ਇੱਥੇ ਆ ਜਾਏਗਾ 3t/4 ਤੇ ਇੱਥੇ 2 ਨਾਲ ਕੱਟਿਆ ਜਾਏਗਾ, ਨੀਚੇ ਆ ਗਿਆ ਸਾਡੇ ਕੋਲ 2, ਤੇ ਆਨਸਰ ਵਿੱਚ ਜਿਹੜਾ ਇੱਥੇ ਵੈਲਿਊ ਕਿੰਨੀ ਆਏਗੀ, ਇਟ ਵਿਲ ਬੀ 3π/2, ਜਿਹੜਾ sin 3π/2 ਜਿਹੜਾ ਹੁੰਦਾ ਹੈ ਇਟ ਇਜ਼ -1, sin 3π/2 ਇਟ ਇਜ਼ -1, ਤੇ ਸਾਡੀ ਵੈਲਿਊ ਕਿੰਨੀ ਆਏਗੀ -i0, ਇਹਦੀ ਵੈਲਿਊ ਕਿੰਨੀ ਹੁੰਦੀ ਬੇਟਾ -1 ਹੁੰਦੀ ਹੈ, ਨੋਟ ਕਰ ਲਓ, ਤੇ ਇੱਥੇ ਮਾਈਨਸ ਲੱਗ ਜਾਏਗਾ, ਸਾਡੇ ਕੋਲ ਵੈਲਿਊ ਆ ਜਾਏਗੀ -i0। ਇਹਦਾ ਮਤਲਬ ਤੇ ਇਸ ਤੋਂ ਬਾਅਦ ਕਰੰਟ ਦੇਖੋ ਧਿਆਨ ਨਾਲ ਆਪਣੀ ਡਾਇਰੈਕਸ਼ਨ ਚੇਂਜ ਕਰ ਗਿਆ, ਇੱਥੇ ਜਾ ਕੇ ਵੈਲਿਊ ਕਿੰਨੀ ਹੈ ਨੋਟ ਕਰੋ, ਮੈਕਸਿਮਮ ਤੇ ਹੈ ਪਰ ਡਾਇਰੈਕਸ਼ਨ ਆਪੋजिट ਹੈ ਤੇ -i0, ਤੇ ਆਹ ਵਾਲਾ ਟਾਈਮ ਕਿੰਨਾ ਹੋਏਗਾ ਬੇਟਾ, ਇਟ ਵਿਲ ਬੀ 3t/4।
हाँ जी बेटा, इन्ना तुहानू लगता है कि क्लीयर हो रहा है कि किस टाइम के उत्ते साडे कोल जिहड़ी है केड़ी वैल्यू आएगी, वो आपां जिहड़ा है सारा डिसाइड कर सकते हैं। सिमिलरली जे लास्ट असी देखिए टी, लास्ट साडा जिहड़ा है टाइम जदों पूरा हो जाएगा, टाइम पीरियड एक चक्कर पूरा हो जाएगा, देन व्हाट विल हैपन, उस टाइम ते की होएगा। आओ ओदी वैल्यू निकालिए, की हैगा साइन दे नाल 2 पाई बाय टी मल्टीप्लाई बाय कैपिटल टी। टी ना टी कैंसल हो गई, साढ़े को आ गया आई नॉट साइन 2 पाई। तो बेटा साइन 2 पाई की वैल्यू भी साढ़े को कितनी होती है, 0। साइन 2 पाई इज आल्सो इक्वल टू 0। तो जे आ भी 0 है तो सारा कितना आ गया, 0। हाँ जी बेटा क्लियर। ए कुछ वैल्यूज मैं इत्थे जिहड़ियां लिख देना, इनू नोट कर लो बेटा। जिहड़ा साइन पाई बाय 2 है वो 1 होंदा है, साइन पाई जिहड़ा है वो 0 होंदा है, साइन 3 पाई बाय 2 वो -1 होंदा है, साइन 2 पाई जिहड़ा है अगेन जिहड़ा है साडे कोल 0। पाई 2 पाई 3 पाई 4 पाई ये सारे जिहड़े ने 0 होंदे ने। ਇਹਦਾ मतलब करंट 0 आया कदों, जो टाइम कैपिटल टी होएगा तो करंट की वैल्यू 0 आएगी। इस तक असीं पहुंच गए। इस तो बाद देखो ध्यान नाल, इत्थे 0 आया, जे इत्थे 0 आया तो इत्थे करंट दी या टाइम कितना आएगा साडा, कैपिटल टी। आ देखो पूरा टाइम हो गया इत्थे तक। असी टाइम नू असी 4 पार्ट्स विच डिवाइड कर दिता है। नाउ व्हाट इज द वैल्यू ऑफ ऑल्टरनेटिंग करंट व्हेन time is t by 4? Its value is I naught. What is the value of alternating current at t by 2? Its value is 0. What is the value of alternating current at 3t by 4? Its value is equal to minus I naught. What is the value of alternating current at time capital T? पूरे time period तो बाद its value is again equal to कितनी आएगी साढ़े को, वो 0 आएगी। आई थिंक तुहानू बेटा यह सारा क्लीयर हो गया कि ऑल्टरनेटिंग करंट अपनी डायरेक्शन चेंज करता है ते रेगुलर टाइम बाद अपनी डायरेक्शन चेंज करेगा। ते जे असी इसनू फर्दर लैके जाइए तो कोई बच्चा दस सकता है कि दोबारा 0 कदों आएगा। जे आ टाइम टी है ते साडे कोल आ भी टाइम केड़ा आएगा, टी ही होएगा। इत्थे भी एक चक्कर पूरा कर ले, एक साइकिल फिर देखो बेटा उन्हें पूरा किया। जे आ टी है ते इत्थे दसो टाइम कितना होएगा, इट विल नाउ बिकम 2t। एक आ टी हो गया, उस तो बाद टी होर आ गया, ਇਹਦਾ मतलब है 2t टाइम हो जाएगा। इस तरह एक चक्कर होर पूरा आएगा तो साढ़े को 3t टाइम आ जाएगा। हुण साइन थीटा कॉस थीटा क्यों लैके आए असीं विच, क्यों लैके आ रहे हैं साइन फंक्शन कॉस फंक्शन क्यों लैके आ रहे हैं, क्योंकि ये दोनों ही फंक्शन जिहड़े ने साडे रेगुलर टाइम ते बाद अपनी वैल्यू जिहड़ी है वो रिपीट करते हैं। यह ग्राफ किहदा हुंदा है, साइन थीटा दा। बेटा साइन 0 की वैल्यू कितनी हुंदी है, दसो जल्दी। साइन 0 0, इत्थे हैगा बेटा साडे कोल 0 ते 0 होण करके साइन 0 कितना 0, ग्राफ इत्थों चालू हुंदा है। ते जे असी ग्राफ लैके जाना बेटा कॉस वाला, जे असी फंक्शन केड़ा लवांगे, जे असी कॉस वाला चूज करते हैं तो फिर बेटा जिहड़ा ग्राफ है लाइक दिस, इस तरह जिहड़ा है उन्हें रिपीट होना, क्योंकि कॉस 0 डिग्री जिहड़ा है ओदी वैल्यू कितनी हुंदी है 1। इत्थे 0 है तो इत्थे जाके साडी मैक्सिमम वैल्यू ते चालू होएगा। जे इस तरह ग्राफ है लाइक दिस, फिर साइन दा जे उत्तों चालू करते हैं लाइक दिस, मैं इन्हू डॉटेड लाइन कर देना। जे इस तरह ग्राफ हैगा साडे कोल डॉटेड वाला, उपरों थल्ले नू आंदे आ, फिर कॉस वाला, ते जे 0 तो ऊपर जाने आ तो फिर वो केड़ा ग्राफ हुंदा साडा, साइन थीटा दा। ते इहदा मतलब साइन थीटा दा फार्मूला भी तुहानू पता लग गया, इहदा पीरियड भी तुहानू बेटा क्लीयर हो चुका है। ऑल्टरनेटिंग करंट दा जिहड़ा तुहानू फार्मूला तुहानू याद है, आई इज इक्वल टू आई नॉट साइन ओमेगा टी। हाँ जी बेटा क्लियर। तो जे ऑल्टरनेटिंग
EMF ਦੀ ਗੱਲ ਕਰੀਏ, ਵੋਲਟੇਜ ਦੀ ਗੱਲ ਕਰੀਏ, ਫਿਰ ਉਹਨੂੰ E ਨਾਲ ਲਿਖ ਲਿਓ, E = E naught ਤੇ ਸਾਡੇ ਕੋਲ ਆ ਜਾਏਗਾ sin omega t। ਇਹ ਆਲਟਰਨੇਟਿੰਗ ਕਰੰਟ ਦਾ ਫਾਰਮੂਲਾ, ਇਹ ਸਾਡੇ ਕੋਲ ਜਿਹੜਾ ਹੈ ਆਲਟਰਨੇਟਿੰਗ EMF ਦਾ ਬੇਟਾ ਹੈ ਸਾਡੇ ਕੋਲ ਇਹ ਫਾਰਮੂਲਾ ਹੈਗਾ। ਸਾਡੇ ਘਰਾਂ ਦੇ ਵਿੱਚ ਜਿਹੜਾ ਵੀ ਕਰੰਟ ਆ ਰਿਹਾ ਹੈ, ਸਕੂਲ ਵਿੱਚ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਕਰੰਟ ਆ ਰਿਹਾ ਹੈ, ਉਹ ਕਰੰਟ ਜਿਹੜਾ ਹੈ ਬੇਟਾ ਆਲਟਰਨੇਟਿੰਗ ਕਰੰਟ ਹੁੰਦਾ ਹੈ। ਸਾਡੇ ਘਰਾਂ ਜਿਹੜਾ ਕਰੰਟ ਆ ਰਿਹਾ ਆਲਟਰਨੇਟਿੰਗ ਕਰੰਟ ਹੈ। ਇਸ ਆਲਟਰਨੇਟਿੰਗ ਕਰੰਟ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ? 50 ਹਰਟਜ਼। ਬੇਟਾ ਇਹਨੂੰ ਪਹਿਲਾਂ ਨੋਟ ਕਰੋ ਕਾਪੀ ਦੇ ਉੱਤੇ, ਬਹੁਤ ਹੀ ਇੰਪੋਰਟੈਂਟ ਹੈ। ਆਲਟਰਨੇਟਿੰਗ ਕਰੰਟ ਦੀ ਫ੍ਰੀਕੁਐਂਸੀ ਕਿੰਨੀ ਹੈ? 50 ਹਰਟਜ਼। ਇਹ 1 ਸੈਕਿੰਡ ਦੇ ਵਿੱਚ 50 ਜਿਹੜੇ ਸਾਈਕਲ ਪੂਰੇ ਕਰਦਾ ਹੈ ਬੇਟਾ। 1 ਸੈਕਿੰਡ ਦੇ ਵਿੱਚ ਆਹ ਸਾਈਕਲ ਹੁੰਦਾ ਹੈ, ਦਿਸ ਇਜ਼ ਦਾ ਸਾਈਕਲ। 1, ਇਹ 2 ਹੋ ਗਏ, ਆ 3, 4। ਇਸ ਤਰ੍ਹਾਂ ਦੇ ਜਿਹੜੇ ਸਾਈਕਲ ਨੇ 1 ਸੈਕਿੰਡ ਦੇ ਵਿੱਚ ਸਾਡੇ ਕੋਲ 50 ਸਾਈਕਲ ਨੇ। ਬਹੁਤ ਫਾਸਟ ਜਿਹੜਾ ਹੈ ਕਰੰਟ ਜਿਹੜਾ ਹੈ ਆਪਣੀ ਵੈਲਿਊ ਚੇਂਜ ਕਰਦਾ ਹੈ ਬੇਟਾ। ਸਾਡੀ ਆਈਜ਼ ਜਿਹੜੀਆਂ ਇਹਨੂੰ ਡਿਟੈਕਟ ਨਹੀਂ ਕਰ ਪਾਉਂਦੀਆਂ। ਹਾਂਜੀ ਬੇਟਾ ਕਲੀਅਰ। ਤੇ ਆਲਟਰਨੇਟਿਵ ਕਰੰਟ ਦੀ ਫ੍ਰੀਕੁਐਂਸੀ ਮੈਂ ਦੱਸਤੀ ਹੈ, ਉਹ ਸਾਡੇ ਕੋਲ ਕਿੰਨੀ ਹੈ? 50 ਹਰਟਜ਼। ਤੇ ਹਰਟਜ਼ ਕਿਹਦਾ ਯੂਨਿਟ ਹੁੰਦਾ ਹੈ? ਫ੍ਰੀਕੁਐਂਸੀ ਦਾ। ਵਾਟ ਇਜ਼ ਦਾ ਯੂਨਿਟ ਆਫ ਫ੍ਰੀਕੁਐਂਸੀ? ਇਟ ਇਜ਼ ਦਾ ਹਰਟਜ਼। ਤੇ ਆਲਟਰਨੇਟਿੰਗ ਕਰੰਟ ਦੀ ਫ੍ਰੀਕੁਐਂਸੀ ਕਿੰਨੀ ਹੈ ਸਾਡੇ ਕੋਲ? 50 ਹਰਟਜ਼। ਕੀ ਸਾਡੀ ਆਈਜ਼ ਡਿਟੈਕਟ ਕਰਨਗੀਆਂ ਇਸ ਕਰੰਟ ਨੂੰ? ਕਦੀ ਵੀ ਡਿਟੈਕਟ ਨਹੀਂ ਕਰ ਪਾਉਂਦੀਆਂ। ਹੁਣ ਸਾਡਾ ਬੇਟਾ ਜਿਹੜਾ ਬਲਬ ਜਗਦਾ ਹੈ, ਉਹਦੇ ਵਿੱਚ ਕਿਹੜਾ ਕਰੰਟ ਨਿਕਲਦਾ ਹੈ? ਆਲਟਰਨੇਟਿੰਗ ਕਰੰਟ। ਕਦੀ ਵੈਲਿਊ ਵਧੀ, ਕਦੀ ਘਟੀ, ਕਦੀ ਵੈਲਿਊ ਵਧੀ, ਕਦੀ ਘਟੀ। ਪਰ ਕਦੀ ਤੁਸੀਂ ਇਹ ਨੋਟ ਕੀਤਾ ਕਿ ਕਰੰਟ ਬਲਬ ਕਦੀ ਡਿਮ ਹੋਇਆ, ਕਦੀ ਬ੍ਰਾਈਟ ਹੋਇਆ, ਕਦੀ ਡਿਮ ਹੋ ਗਿਆ, ਕਦੀ ਬ੍ਰਾਈਟ? ਅਸੀਂ ਨੋਟ ਨਹੀਂ ਕਰ ਪਾਉਂਦੇ ਕਿਉਂਕਿ ਇੰਨੀ ਫਾਸਟ ਲੰਘਦਾ ਹੈ। 1 ਸੈਕਿੰਡ ਦੇ ਵਿੱਚ 50 ਚੱਕਰ ਲਗਾਉਂਦਾ ਹੈ। ਸਾਡੀ ਆਈਜ਼ ਦੀ ਇੰਨੀ ਕੈਪੈਸਿਟੀ ਨਹੀਂ ਹੈ ਕਿ ਉਸ ਚੀਜ਼ ਨੂੰ ਡਿਟੈਕਟ ਕਰ ਪਾਵੇ। ਇਸ ਕਰਕੇ ਸਾਨੂੰ ਉਹ ਚੀਜ਼ ਜਿਹੜੀ ਹੈ ਲੱਗਦਾ ਕਿ ਕਨਸਟੈਂਟਲੀ ਜਿਹੜਾ ਹੈ ਕਰੰਟ ਜਿਹੜਾ ਹੈ ਉਹ ਚੱਲਦਾ ਪਿਆ। ਆਈ ਥਿੰਕ ਤੁਹਾਨੂੰ ਇੱਥੋਂ ਕਲੀਅਰ ਹੋ ਗਿਆ। ਨੈਕਸਟ ਲੈਕਚਰ ਦੇ ਵਿੱਚ ਬੇਟਾ ਇਸ ਤੋਂ ਅੱਗੇ ਅਸੀਂ ਡਿਸਕਸ ਕਰਾਂਗੇ। ਥੈਂਕ ਯੂ।